ਨਮਸਕਾਰ ਦੋਸਤੋ, SGTV ਪ੍ਰਾਈਮ ਦੇ ਇਸ ਖਾਸ ਪ੍ਰੋਗਰਾਮ ਵਿਚਾਰ ਤਕਰਾਰ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਆਪਣੇ ਇਸ ਪ੍ਰੋਗਰਾਮ 'ਚ ਅਸੀਂ ਭੱਖ ਦੇ ਮਸਲੇ ਤੇ ਜਿਹੜੀ ਹੈ ਉਹ ਵਿਚਾਰ ਚਰਚਾ ਕਰਦੇ ਹਾਂ। ਤੁਹਾਨੂੰ ਸਭ ਨੂੰ ਪਤਾ ਹੈ ਕਿ ਕੇਂਦਰ ਸਰਕਾਰ ਨੇ ਖੇਤੀਬਾੜੀ ਨਾਲ ਸੰਬੰਧਿਤ 3 ਜਿਹੜੇ ਬਿੱਲ ਹੈ ਉਹ ਪਾਸ ਕੀਤੇ ਸੀ ਤੇ ਉਹ ਤੋਂ ਬਾਅਦ ਪੰਜਾਬ ਤੇ ਨਾਰਥ ਇੰਡੀਆ 'ਚ ਖਾਸ ਕਰਕੇ ਜਿਹੜਾ ਇਹ ਪ੍ਰਭਾਵ ਗਿਆ ਸੀ ਕਿ ਇਹਨਾਂ ਬਿੱਲਾਂ ਨਾਲ ਜਿਹੜਾ ਹੈ ਖੇਤੀਬਾੜੀ ਦਾ ਤੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਣ ਜਾ ਰਿਹਾ ਹੈ। ਉਹਦੇ ਸੰਬੰਧ 'ਚ ਪੰਜਾਬ 'ਚ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਹੈ ਉਹਦੇ 'ਤੇ ਇਹ ਦਬਾਅ ਸੀ ਕਿ ਉਹ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਵੇ ਤੇ ਇਹਨਾਂ ਕੇਂਦਰ ਦੇ ਕਾਨੂੰਨਾਂ ਨੂੰ ਰੱਦ ਕਰਨ ਲਈ ਜਾਂ ਇਹਨਾਂ ਦਾ ਅਸਰ ਘੱਟ ਕਰਨ ਲਈ ਜਾਂ ਇਹਨਾਂ ਦਾ ਪ੍ਰਭਾਵ ਘੱਟ ਕਰਨ ਲਈ ਕੋਈ ਨਾ ਕੋਈ ਜਿਹੜਾ ਹੈ ਅਜਿਹਾ ਕਾਨੂੰਨ ਬਣਾਵੇ ਇਸ ਵਿਸ਼ੇਸ਼ ਸੈਸ਼ਨ 'ਚ, ਜਿਹਦੇ ਨਾਲ ਜਿਹੜਾ ਹੈ ਕਿਸਾਨ ਉਹ ਰਾਹਤ ਮਹਿਸੂਸ ਕਰਨ। ਸੋ ਪਰਸੋਂ 20 ਸਤੰਬਰ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਅਜਲਾਸ 'ਚ ਜਿਹੜੇ 3 ਖੇਤੀਬਾੜੀ ਨਾਲ ਸੰਬੰਧਿਤ ਕਾਨੂੰਨ ਨੇ ਜਾਂ ਅਮੈਂਡਮੈਂਟਸ ਨੇ ਜਾਂ ਜਿਹੜੇ ਬਿੱਲ ਨੇ ਉਹ ਪੰਜਾਬ ਦੀ ਵਿਧਾਨ ਸਭਾ ਨੇ ਉਹ ਪਾਸ ਕੀਤੇ ਸੀ। ਉਹਦੇ ਸੰਬੰਧ 'ਚ ਅੱਜ ਅਸੀਂ ਚਰਚਾ ਕਰਾਂਗੇ ਆਪਣੇ ਇਸ ਪ੍ਰੋਗਰਾਮ 'ਚ। ਮੇਰੇ ਨਾਲ ਕਾਂਗਰਸ ਪਾਰਟੀ ਤੋਂ ਪਰਮਜੀਤ ਸਿੰਘ ਜੀ ਪੰਮਾ ਬੈਠੇ ਨੇ, ਸੀਨੀਅਰ ਕਾਂਗਰਸੀ ਆਗੂ ਨੇ ਜਿਹੜੇ ਨੇ, ਸੀਨੀਅਰ ਐਡਵੋਕੇਟ ਨੇ ਤੇ ਬਾਰ ਐਸੋਸੀਏਸ਼ਨ ਰੋਪੜ ਦੇ ਸਾਬਕਾ ਪ੍ਰਧਾਨ ਨੇ। ਤੇ ਦੂਜੇ ਪਾਸੇ ਮੇਰੇ ਨਾਲ ਬੈਠੇ ਨੇ ਆਮ ਆਦਮੀ ਪਾਰਟੀ ਦੇ ਬਲਵਿੰਦਰ ਸਿੰਘ ਜੀ ਗਿੱਲ, ਇਹ ਸਾਬਕਾ ਸਪੋਕਸਪਰਸਨ ਨੇ ਆਮ ਆਦਮੀ ਪਾਰਟੀ ਦੇ ਤੇ ਟ੍ਰੇਡ ਐਂਡ ਕਮਰਸ ਵਿੰਗ ਦੇ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਨੇ। ਪੰਮਾ ਜੀ, ਮੈਂ ਤੁਹਾਡੇ ਤੋਂ ਗੱਲ ਸ਼ੁਰੂ ਕਰਨ ਜਾ ਰਿਹਾ। ਇਹ ਬਿੱਲ ਤੁਸੀਂ ਲੈ ਕੇ ਆਏ ਨੇ, ਬਹੁਤ ਦਬਾਅ ਸੀ ਪੰਜਾਬ ਸਰਕਾਰ 'ਤੇ ਕਿ ਇਹਨਾਂ ਬਿੱਲਾਂ ਦਾ ਪ੍ਰਭਾਵ ਘੱਟ ਕਰਨ ਲਈ ਜਿਹੜੇ ਹੈ ਉਹ ਬਿੱਲ ਲਿਆਂਦੇ ਜਾਣ, ਪਰ ਮਾਮਲਾ ਸਪਸ਼ਟ ਹੋਣ ਦੀ ਬਜਾਏ ਉਲਝਦਾ ਵੱਧ ਜਾਪਦਾ ਹੈ ਕਿਉਂਕਿ MSP ਦੇ ਮਾਮਲੇ ਨੂੰ ਲੈ ਕੇ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਵੀ ਹੁਣ ਰੌਲਾ ਪਾ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਵੀ ਰੌਲਾ ਪਾ ਰਹੀ ਹੈ ਕਿ MSP ਤੇ ਖਰੀਦ ਦੇ ਸੰਬੰਧ 'ਚ ਇਹਨਾਂ ਬਿੱਲਾਂ 'ਚ ਕੋਈ ਜ਼ਿਕਰ ਨਹੀਂ ਹੈ, ਇਹਨਾਂ ਨਾਲ ਕਿਸਾਨਾਂ ਦਾ ਕੋਈ ਫਾਇਦਾ ਹੋਣ ਨਹੀਂ ਜਾ ਰਿਹਾ। ਤੁਸੀਂ ਕੀ ਸਮਝਦੇ ਹੋ? ਦੇਖੋ, ਧੰਨਵਾਦ। ਸਭ ਤੋਂ ਪਹਿਲਾਂ ਤਾਂ ਮੈਂ SGTV ਪ੍ਰਾਈਮ ਦਾ ਧੰਨਵਾਦ ਕਰਦਾ ਕਿ ਤੁਸੀਂ ਇਸ ਤਰ੍ਹਾਂ ਦੇ ਭੱਖ ਦੇ ਮਸਲਿਆਂ 'ਤੇ ਪ੍ਰੋਗਰਾਮ ਸ਼ੁਰੂ ਕੀਤੇ। ਇਲਾਕੇ ਨੂੰ ਤੇ ਪੰਜਾਬ ਨੂੰ ਬਹੁਤ ਜ਼ਰੂਰਤ ਸੀ ਇਸ ਤਰ੍ਹਾਂ ਦੇ ਚੈਨਲ ਦੀ, ਤੇ ਤੁਸੀਂ ਵਧਾਈ ਦੇ ਪਾਤਰ ਹੋ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹੈ ਜਾਂ ਚੈਨਲ ਹੈ ਆਪਣੇ ਇਲਾਕੇ ਦੇ ਵਿੱਚ ਕਮੀ ਸੀ ਤੇ ਉਹਨਾਂ ਨੂੰ ਤੁਸੀਂ ਪੂਰਾ ਕੀਤਾ। ਧੰਨਵਾਦ ਤੇ ਤੁਸੀਂ ਸਾਨੂੰ ਮੌਕਾ ਦਿੱਤਾ। ਥੈਂਕ ਯੂ ਜੀ, ਥੈਂਕ ਯੂ। ਜਿਹੜੀ ਤੁਸੀਂ ਦੂਸਰੀ ਗੱਲ ਕਰਦੇ ਦਬਾਅ ਵਾਲੀ ਕੋਈ ਗੱਲ ਨਹੀਂ ਹੈ। ਉਹਦਾ ਕਾਰਨ ਇਹ ਹੈ ਕਿ ਪੰਜਾਬ ਸਰਕਾਰ, ਕੈਪਟਨ ਅਮਰਿੰਦਰ ਸਿੰਘ ਜੀ, ਸਾਰੀ ਕਾਂਗਰਸ ਪਾਰਟੀ, ਸਮੂਹ ਕਾਂਗਰਸ, ਸਾਡੀ ਆਲ ਇੰਡੀਆ ਕਾਂਗਰਸ ਕਮੇਟੀ, ਦਬਾਅ ਦੀ ਗੱਲ ਨਹੀਂ ਕੀਤੀ ਜਾ ਸਕਦੀ, ਸ਼ੁਰੂ ਤੋਂ ਹੀ ਕਿਸਾਨ ਪੱਖੀ ਹੈ। ਉਹ ਚਾਹੇ ਜਦੋਂ ਕੈਪਟਨ ਸਾਹਿਬ 2002 ਤੋਂ ਲੈ ਕੇ 2007 ਦੇ ਵਿੱਚ ਜਦੋਂ ਮੁੱਖ ਮੰਤਰੀ ਸੀ ਸਾਡੀ ਸਰਕਾਰ ਨੇ, ਉਦੋਂ ਵੀ SYL ਦੇ ਮੁੱਦੇ 'ਤੇ ਕਿਸਾਨਾਂ ਦੇ ਹੱਕ ਦੇ ਵਿੱਚ ਟਰਮੀਨੇਸ਼ਨ ਐਕਟ ਨੂੰ ਪਾਸ ਕਰਕੇ ਅਸੀਂ ਭੇਜਿਆ ਉੱਥੇ, ਤੇ ਉਹਦੇ ਭੇਜਣ ਦੇ ਨਾਲ ਆਪਾਂ ਦਬਾਅ ਦੇ ਨਾਲੋਂ ਇਹ ਕਿਹਾ ਜਾ ਸਕਦਾ ਕਿ ਕਾਂਗਰਸ ਸਰਕਾਰ ਨੇ ਇੱਕ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਸ਼ੁਰੂਆਤ ਕੀਤੀ, ਸਾਰੇ ਭਾਰਤ ਨੂੰ ਤੇ ਕੇਂਦਰ ਸਰਕਾਰ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਪੰਜਾਬੀ ਹੈ ਜਾਂ ਪੰਜਾਬ ਸਰਕਾਰ ਹੈ ਉਹ ਕਿਸਾਨ ਹਿਤੈਸ਼ੀ ਸਰਕਾਰ ਹੈ, ਤੇ ਅਸੀਂ ਬਿੱਲ ਰੱਦ ਹੀ ਨਹੀਂ ਕੀਤੇ, ਕਿਸਾਨਾਂ ਦੇ ਹੱਕ ਲਈ ਪਾਸ ਕੀਤੇ। ਦਬਾਅ ਵਾਲੀ ਗੱਲ ਨਹੀਂ, ਅਸੀਂ ਕਿਸਾਨ ਪੱਖੀ ਹਾਂ ਤੇ ਅਸੀਂ ਕਿਸਾਨਾਂ ਦੇ ਹਿੱਤ ਲਈ। ਨਹੀਂ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ MSP ਦੇ ਮਾਮਲੇ ਨੂੰ ਲੈ ਕੇ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਇਹ ਕਹਿ ਰਿਹਾ ਹੈ ਕਿ ਇਹਨਾਂ ਬਿੱਲਾਂ 'ਚ MSP ਨੰਬਰ 1, MSP ਦਾ ਮਤਲਬ ਸਿਰਫ ਪੈਡੀ ਤੇ ਵੀਟ ਨਾਲ ਸੰਬੰਧਿਤ ਹੈ। ਦੂਜਾ, MSP ਜੇਕਰ ਜਿੱਦਾਂ ਕਿਹਾ ਜਾ ਰਿਹਾ ਕਿ ਕੇਂਦਰ ਸਰਕਾਰ ਖਰੀਦ ਬੰਦ ਕਰ ਦੇਗੀ, ਇਹਦੇ 'ਚ ਕੋਈ ਅਸ਼ੋਰੈਂਸ ਨਹੀਂ ਹੈ ਕਿ ਜੇ ਕੇਂਦਰ ਸਰਕਾਰ ਖਰੀਦ ਨਹੀਂ ਕਰਦੀ ਤਾਂ ਪੰਜਾਬ ਸਰਕਾਰ MSP ਤੇ ਜਿਹੜੀ ਕਿਸਾਨਾਂ ਦੀ ਫਸਲ ਹੈ ਉਹ ਖਰੀਦੂਗੀ। ਇਸ ਸੰਬੰਧ 'ਚ ਆਲੋਚਨਾ ਕਾਂਗਰਸ ਪਾਰਟੀ ਦੀ ਹੋ ਰਹੀ ਹੈ ਇਹਨਾਂ ਬਿੱਲਾਂ ਨੂੰ ਲੈ ਕੇ। ਦੇਖੋ, ਇੱਥੇ ਜਿਹੜੀ MSP ਦੀ ਇਹ ਗੱਲ ਕਰ ਰਹੇ ਸਾਡੇ ਅਕਾਲੀ ਦਲ ਦੇ ਭਰਾ, ਕਿ ਪਹਿਲੀ ਗੱਲ ਤਾਂ ਉਹਨਾਂ ਨੂੰ ਇਹ ਗੱਲ ਕਰਨ ਦਾ ਹੱਕ ਨਹੀਂ। ਉਹ ਇਸ ਲਈ ਹੱਕ ਨਹੀਂ ਕਿਉਂਕਿ ਜਦੋਂ ਇਹ ਬਿੱਲਾਂ 'ਤੇ ਚਰਚਾ ਕੀਤੀ ਜਾ ਰਹੀ ਸੀ ਉਦੋਂ ਬੀਬਾ ਹਰਸਿਮਰਤ ਕੌਰ ਜੀ ਮੰਤਰੀ ਸੀ ਉਸ ਸਮੇਂ। ਕੇਂਦਰ ਸਰਕਾਰ ਦੇ ਵਿੱਚ ਮੰਤਰੀ ਹੋਣ ਦੇ ਨਾਲ ਜਦੋਂ ਕੈਬਨਿਟ ਦੇ ਵਿੱਚ ਇਹਨਾਂ ਨੂੰ ਵਿਚਾਰਿਆ ਜਾ ਰਿਹਾ ਸੀ ਉਦੋਂ ਵੀ ਅਕਾਲੀ ਦਲ ਮੋਦੀ ਸਾਹਿਬ ਦੇ ਨਾਲ ਸੀ। ਤੇ ਇਹੀ ਬਸ ਨਹੀਂ, ਇਹਨਾਂ ਨੇ ਆਪਣਾ NDA ਤੋਂ ਨਾਤਾ ਤੋੜਨ ਤੋਂ ਪਹਿਲਾਂ 2-3 ਦਿਨ ਪਹਿਲਾਂ ਵੱਡੇ ਬਾਦਲ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਇਹ ਜਿਹੜੇ ਬਿੱਲ ਹੈ ਬਹੁਤ ਹੀ ਕਿਸਾਨ ਹਿਤੈਸ਼ੀ ਹੈ ਤੇ ਪੰਜਾਬ ਦੇ ਕਿਸਾਨਾਂ ਨੂੰ ਇਹਦੇ ਵਿੱਚ ਨਹੀਂ, ਉਹ ਪੰਮਾ ਜੀ ਵੱਖਰਾ ਮਸਲਾ ਹੈ ਅਕਾਲੀ ਦਲ ਦਾ। ਮੈਂ ਸਪੈਸੀਫਿਕਲੀ ਬਿੱਲਾਂ ਦੀ ਜੇ ਗੱਲ ਕਰਾਂ ਕਿ MSP ਦੇ ਮਾਮਲੇ ਨੂੰ ਲੈ ਕੇ ਅਸਪਸ਼ਟਤਾ ਜਿਹੜੀ ਹੈ ਉਹ ਬਣੀ ਹੋਈ ਹੈ। ਇਸ ਸੰਬੰਧ 'ਚ ਜਿਹੜਾ ਹੈ ਉਹ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਹੋਇਆ ਸਿਰਫ। ਦੇਖੋ ਨਾ, ਇਹ ਜਿਹੜੀ ਸਪਸ਼ਟਤਾ ਹੈ, ਪਹਿਲਾਂ ਤੋਂ ਹੀ 23 ਫਸਲਾਂ ਹੈ ਸਾਡੇ ਦੇਸ਼ ਦੇ ਵਿੱਚ ਜਿੱਥੇ MSP ਦਿੱਤੀ ਜਾ ਰਹੀ, ਪਰ 23 ਤੋਂ 2 ਤੇ ਪਹਿਲਾਂ ਤੋਂ ਵੀ ਪੰਜਾਬ ਦੇ ਵਿੱਚ ਦਿੱਤੀ ਜਾ ਰਹੀ। ਜੇ ਅਕਾਲੀ ਦਲ ਦੇ ਭਰਾਵਾਂ ਨੂੰ, ਮਜੀਠੀਆ ਸਾਹਿਬ ਨੇ ਵੀ ਪ੍ਰੈਸ ਕਾਨਫਰੰਸ ਕੀਤੀ, ਸੁਖਬੀਰ ਬਾਦਲ ਜੀ ਤਾਂ ਚੁੱਪੀ ਧਾਰੀ ਹੋਈ ਹੈ,
ਜੇ ਐਮਐਸਪੀ ਦਾ ਇਹਨਾਂ ਨੂੰ ਹੁੰਦਾ, ਉਹ ਇਹ ਉਸ ਸਮੇਂ ਵਿਧਾਨ ਸਭਾ ਦੇ ਟੇਬਲ ਤੇ ਵਿਰੋਧ ਕਰਦੇ ਉੱਥੇ। ਉਸ ਤੋਂ ਇਲਾਵਾ ਗਵਰਨਰ ਸਾਹਿਬ ਕੋ ਨਾ ਜਾਂਦੇ, ਪਾਰਟੀ ਨੂੰ ਕਹਿੰਦੇ, ਕਾਂਗਰਸ ਪਾਰਟੀ ਨੂੰ ਕਹਿੰਦੇ ਕਿ ਅਮੈਂਡਮੈਂਟ ਲੈ ਕੇ ਆਓ। ਇਹ ਸਿਰਫ ਤੇ ਸਿਰਫ ਇਹ ਗੱਲ ਹੈ ਕਿ ਦਿਲੋਂ ਇਹ ਮੋਦੀ ਸਾਹਿਬ ਨਾਲ ਮਿਲੇ ਹੋਏ। ਜਦੋਂ ਵੀ ਪੰਜਾਬ ਸਰਕਾਰ ਕੋਈ ਪੰਜਾਬ ਹਿਤੈਸ਼ੀ ਫੈਸਲਾ ਕਰਦੀ ਤਾਂ ਇਹਨਾਂ ਨੂੰ ਲੱਗਣ ਲੱਗ ਪੈਂਦਾ ਕਿ ਅਸੀਂ ਹੁਣ ਪਿੱਛੇ ਰਹਿ ਗਏ। ਇਸ ਕਰਕੇ ਇਹਨਾਂ ਦਾ ਵਿਰੋਧ ਹੈ ਜਿਹੜਾ ਕੇਵਲ ਲੋਕਾਂ ਨੂੰ ਭਰਮਾਉਣ ਦਾ ਹੈ, ਲੋਕਾਂ ਨੂੰ ਅੱਖੋਂ ਓਹਲੇ ਕਰਨ ਦਾ। ਬਲਵਿੰਦਰ ਸਿੰਘ ਜੀ, ਪੰਮਾ ਜੀ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਇੱਕ ਪਾਸੇ ਤੇ ਸਮਰਥਨ ਕਰਦੇ ਹੋ ਵਿਧਾਨ ਸਭਾ ਦੇ ਅੰਦਰ ਬਿੱਲਾਂ ਦਾ, ਯੂਨੈਨਿਮਸਲੀ ਜਿਹੜੀ ਹੈ ਸਾਰੀਆਂ ਪਾਰਟੀਆਂ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਲੋਕ ਇਨਸਾਫ ਪਾਰਟੀ ਹੈ, ਸਮਰਥਨ ਕਰਦੇ ਨੇ, ਇਕੱਠੇ ਹੋ ਕੇ ਗਵਰਨਰ ਸਾਹਿਬ ਕੋਲ ਜਾਂਦੇ ਨੇ। ਦੂਜੇ ਦਿਨ ਅਜਿਹਾ ਕੀ ਵਾਪਰ ਜਾਂਦਾ ਜਿਹੜਾ ਤੁਹਾਨੂੰ ਦੂਜੇ ਦਿਨ ਅਜਿਹਾ ਕੀ ਬਿੱਲਾਂ 'ਚ ਲੱਭਦਾ ਹੈ ਕਿ ਤੁਸੀਂ ਬਿਲਕੁਲ ਯੂ ਟਰਨ ਤੁਹਾਡੀ ਪਾਰਟੀ ਲੈ ਲੈਂਦੀ ਹੈ ਅਤੇ ਕਹਿੰਦੀ ਹੈ ਇਹ ਬਿੱਲ ਜਿਹੜੇ ਹੈ ਉਹ ਨਾਕਾਫੀ ਨੇ। ਤੁਸੀਂ ਪਹਿਲੇ ਦਿਨ ਹੀ ਵਿਧਾਨ ਸਭਾ 'ਚ ਜਿਹੜੀ ਹੈ ਕੋਈ ਅਮੈਂਡਮੈਂਟ ਪੇਸ਼ ਨਹੀਂ ਕੀਤੀ, ਕੋਈ ਤੁਸੀਂ ਇਹਦੇ ਖਿਲਾਫ ਨਹੀਂ ਬੋਲੇ, ਦੂਜੇ ਦਿਨ ਫਿਰ ਕੀ ਹੋਇਆ ਜੀ? ਦੇਖੋ ਜੀ ਰਾਣਾ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਵਿੱਚ ਕੀ ਹੈ ਵੀ ਜੇ ਸੈਂਟਰ ਦੇ ਵਿੱਚ ਵੀ ਕੋਈ ਅਮੈਂਡਮੈਂਟ ਹੁੰਦਾ ਹੈ ਜੀ ਜਾਂ ਬਿੱਲ ਲਿਆਉਣਾ ਹੁੰਦਾ ਹੈ ਜੀ, ਤੇ ਇੱਕ ਰਵਾਇਤ ਹੈ ਕਿ ਆਲ ਪਾਰਟੀ ਮੀਟਿੰਗ ਹੁੰਦੀ ਹੈ, ਸਭ ਨੂੰ ਬੁਲਾਇਆ ਜਾਂਦਾ ਹੈ, ਉਹ ਸਭ ਤੋਂ ਕੰਸੈਂਟ ਲਈ ਜਾਂਦੀ ਹੈ, ਹੋਰ ਉਹਨਾਂ ਦੇ ਵਿਚਾਰ ਵੀ ਸੁਣੇ ਜਾਂਦੇ ਆ। ਪਰ ਦੇਖੋ ਕੋਈ ਵੀ ਚੀਜ਼ ਲਾਗੂ ਕਰਨੀ ਹੈ, ਜਾਂ ਆਪਾਂ ਅੱਜ ਕਿਸਾਨਾਂ ਦੀ ਗੱਲ ਕਰ ਰਹੇ ਹਾਂ, ਜੇ ਕਿਸਾਨਾਂ ਦੇ ਹਿੱਤ ਦੀ ਅਸੀਂ ਗੱਲ ਕਰਨੀ ਹੈ ਤੇ ਸਭ ਤੋਂ ਪਹਿਲੀ ਗੱਲ ਹੈ ਨੀਅਤ ਸੁਥਰੀ ਹੋਣੀ ਚਾਹੀਦੀ ਹੈ। ਜੇ ਨੀਅਤ ਸਾਫ਼ ਹੋਏਗੀ ਫਿਰ ਆਪਾਂ ਕੋਈ ਕੰਮ ਕਰਾਂਗੇ। ਇਹਦੇ ਵਿੱਚ ਕੀ ਹੈ ਵੀ ਸਭ ਤੋਂ ਪਹਿਲਾਂ ਇਹ ਗੱਲ ਬਣਦੀ ਸੀ ਕਿ ਜਦੋਂ ਅੱਜ ਸਾਰੀ ਕਿਸਾਨ ਜਥੇਬੰਦੀਆਂ ਇਕੱਠੀਆਂ ਰਲ ਕੇ ਕੰਮ ਕਰਨ ਨੂੰ ਤਿਆਰ ਨੇ ਔਰ ਇਕੱਠੇ ਹੋ ਕੇ ਸੜਕ ਤੇ ਬੈਠੀਆਂ ਨੇ, ਉਸੇ ਤਰ੍ਹਾਂ ਜੇ ਕੈਪਟਨ ਸਾਹਿਬ ਸਾਰੀ ਵਿਰੋਧੀ ਪਾਰਟੀ ਉਹ ਸਾਰੀ ਪਾਰਟੀਆਂ ਦੀ ਇੱਕ ਮੀਟਿੰਗ ਲੈ ਕੇ ਉੱਥੇ ਵਿਚਾਰ ਵਿਮਰਸ਼ ਕਰਦੇ, ਹੋਰ ਜੋ ਉਹਨਾਂ ਨੇ ਸਾਰਾ ਖਾਕਾ ਤਿਆਰ ਕੀਤਾ ਸੀ ਉਹ ਖਾਕਾ ਉਹਨਾਂ ਨੂੰ ਦੱਸਿਆ ਜਾਂਦਾ, ਫਿਰ ਇਸ ਤੋਂ ਬਾਅਦ ਉਹਨਾਂ ਤੋਂ ਪੁੱਛਿਆ ਜਾਂਦਾ। ਇਹੋ ਜਿਹੀ ਕੋਈ ਗੱਲ ਹੋਈ ਨਹੀਂ, ਬਿੱਲ ਪੇਸ਼ ਕਰ ਦਿੱਤਾ ਗਿਆ ਹੈ ਨਾ। ਹੋਰ ਬਿੱਲ ਪੇਸ਼ ਕਰਨ ਦੇ ਵੀ ਅੱਗੇ ਕਾਫੀ ਗੱਲਾਂ ਬਾਤਾਂ ਨੇ, ਉਹ ਜ਼ਿਆਦਾ ਡਿਟੇਲ ਹੋ ਜਾਏਗਾ। ਹੁਣ ਇਹ ਹੈ ਵੀ ਅਸੀਂ ਤੇ ਜੇ ਨਾਲ ਬੈਠੇ ਆ, ਜੇ ਕਿਸਾਨਾਂ ਦੇ ਹਿੱਤ ਦੀ ਗੱਲ ਹੋਏਗੀ ਤਾਂ ਅਸੀਂ ਨਾਲ ਆ ਤੁਹਾਡੇ। ਜੇ ਤੁਸੀਂ ਇਹ ਮੰਨਦੇ ਹੋ ਕਿ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਦੀ ਜਿਹੜੀ ਰਣਨੀਤੀ ਹੈ, ਸਟ੍ਰੈਟਜੀ, ਉਹ ਫੇਲ ਹੋਈ ਹੈ? ਨਹੀਂ, ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਸਟ੍ਰੈਟਜੀ ਫੇਲ ਹੋਈ ਹੈ। ਉਹਦੇ ਵਿੱਚ ਜਿਹੜਾ ਰੂਲਿੰਗ ਪਾਰਟੀ ਨੂੰ ਕਮਿਊਨੀਕੇਟ ਕਰਨਾ ਚਾਹੀਦਾ ਸੀ, ਉੱਥੇ ਰੂਲਿੰਗ ਪਾਰਟੀ ਫੇਲ ਹੋਈ ਹੈ। ਉਹ ਵਿਰੋਧੀ ਧਿਰ ਨੂੰ ਹੋਰ ਦੂਸਰੀ ਪਾਰਟੀਆਂ ਨੂੰ ਦੱਸਣ 'ਚ ਕਾਮਯਾਬ ਨਹੀਂ ਰਹੀ, ਇਸ ਕਰਕੇ ਸਾਰਾ ਜਿਹੜਾ ਹੈ ਪੁਆੜਾ ਪਿਆ। ਤੁਸੀਂ ਕੋਈ ਅਮੈਂਡਮੈਂਟ ਪੇਸ਼ ਨਹੀਂ ਕੀਤੀ, ਦੂਜੇ ਤੇ ਤੁਸੀਂ ਬਿੱਲ ਦੇ ਖਿਲਾਫ ਹੋ ਜਾਂਦੇ ਹੋ। ਇਹ ਵਿਰੋਧਾਭਾਸ, ਮੈਂ ਇਹਦੇ ਬਾਰੇ ਲੋਕ ਜਾਣਨਾ ਚਾਹੁੰਦੇ ਨੇ ਕਿ ਪਹਿਲੇ ਦਿਨ ਕੀ ਹੋਇਆ ਕਿ ਤੁਸੀਂ ਸਮਰਥਨ 'ਚ ਕਰਦੇ ਹੋ, ਇਕੱਠੇ ਹੋ ਕੇ ਤੁਸੀਂ ਗਵਰਨਰ ਸਾਹਿਬ ਕੋਲ ਜਾਂਦੇ ਹੋ, ਦੂਜੇ ਦਿਨ ਤੁਸੀਂ ਖਿਲਾਫ ਹੋ ਜਾਂਦੇ ਹੋ। ਅਮਰਿੰਦਰ ਸਿੰਘ ਇਹੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਜਿਹੜਾ ਹੈ ਇਹ ਡਬਲ ਗੇਮ ਖੇਡ ਲਿਓ, ਡਬਲ ਸਟੈਂਡਰਡਸ। ਦੇਖੋ ਜੀ, ਡਬਲ ਗੇਮ ਦੀ ਗੱਲ ਨਹੀਂ ਹੈ, ਗੱਲ ਇਹ ਹੈ ਵੀ ਜਦੋਂ ਇਹਨਾਂ ਨੇ ਕਾਪੀ ਪਹਿਲਾਂ ਦਿੱਤੀ ਹੀ ਨਹੀਂ ਹੈ, ਉਸ ਕਾਪੀ ਨੂੰ ਕਿਸੇ ਨੇ ਪੜ੍ਹਿਆ ਹੀ ਨਹੀਂ ਹੈ, ਤੇ ਉਹਦਾ ਸਮਰਥਨ ਉਹ ਵਿਰੋਧ ਦਾ ਕੋਈ ਬਹੁਤ ਜ਼ਿਆਦਾ ਉਹ ਕਲੀਅਰਿਫਿਕੇਸ਼ਨ ਟਰਾਂਸਪੇਰੈਂਸੀ ਨਹੀਂ ਹੁੰਦੀ। ਕਿਉਂਕਿ ਇਹ ਗੱਲ ਹੈਗੀ ਸੀ ਕਿ ਅਸੀਂ ਤਿੰਨ ਜਿਹੜੇ ਆਏ ਆ ਆਪਣਾ ਕ੍ਰਿਸ਼ੀ ਦੇ ਕਾਨੂੰਨ, ਇਹਨਾਂ ਨੂੰ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ। ਔਰ ਐਮਐਸਪੀ ਦੀ ਗੱਲ ਹੋਏਗੀ, ਐਮਐਸਪੀ ਦੀ ਗੱਲ ਤੇ ਜਿਹੜੀ ਹੈ ਦੇਖੋ ਉਹਦੇ ਵਿੱਚ ਵੀ ਉੱਥੇ 22 ਜਿਨਸਾਂ ਬਾਹਰ ਰੱਖੀਆਂ ਗਈਆਂ ਨੇ, 2 ਜਿਨਸਾਂ ਜਿਹੜੀਆਂ ਉਹਨਾਂ ਦੀ ਗੱਲ ਕੀਤੀ ਗਈ ਹੈ। ਹਲੇ ਹੋਰ ਵੀ ਉਹਦੇ 'ਚ ਕਾਫੀ ਗੱਲਾਂ ਹੈਗੀਆਂ ਨੇ ਜਿਹੜੀਆਂ ਗੱਲ ਕਰਨ ਵਾਲੀ ਹੈ। ਤਾਂ ਉਹਦੇ 'ਚ ਕਿਤੇ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਡਬਲ ਗੇਮ ਪਲੇ ਕੀਤਾ। ਡਬਲ ਗੇਮ ਪਲੇ ਕਰਨ ਦੀ ਕੋਈ ਉਹਦੇ 'ਚ ਗੱਲ ਨਹੀਂ ਹੈ, ਸਾਡੀ ਨੀਅਤ ਸੁਥਰੀ ਹੈ। ਚੰਗਾ ਨਹੀਂ ਹੁੰਦਾ ਜਿਵੇਂ ਕਿ ਬਲਵਿੰਦਰ ਸਿੰਘ ਜੀ ਨੇ ਕਿਹਾ ਕਿ ਤੁਸੀਂ ਬਿੱਲ ਪੇਸ਼ ਕਰਨ ਤੋਂ ਪਹਿਲਾਂ ਇੱਕ ਆਲ ਪਾਰਟੀ ਮੀਟਿੰਗ ਸੱਦਦੇ, ਸਾਰਿਆਂ 'ਚ ਇੱਕ ਕੰਸੈਂਟ ਬਣਾਉਂਦੇ, ਉਹਦੇ 'ਚ ਸਟੇਕ ਹੋਲਡਰ ਸਾਰੇ ਹੁੰਦੇ, ਕਿਸਾਨ ਵੀ ਹੁੰਦੇ, ਕੋਈ ਐਕਸਪਰਟ ਗਰੁੱਪ ਬਣਦਾ ਜਿਹੜਾ ਰਿਕਮੈਂਡੇਸ਼ਨ ਦਿੰਦਾ, ਉਹ ਤੋਂ ਬਾਅਦ ਜਿਹੜਾ ਹੈ ਉਹ ਬਿੱਲ ਲਿਆਂਦਾ। ਇਹ ਬਿੱਲ ਜਿਹੜਾ ਹੈ ਇਹ ਕਾਹਲੀ 'ਚ ਸਿਰਫ ਲੋਕਾਂ ਨੂੰ ਸ਼ਾਂਤ ਕਰਨ ਲਈ, ਕਿਸਾਨਾਂ ਨੂੰ ਸ਼ਾਂਤ ਕਰਨ ਲਈ, ਕਾਹਲੀ 'ਚ ਆਪਣੇ ਗਲੋਂ ਜਿਹੜੇ ਕਹਿੰਦੇ ਹੁੰਦੇ ਵੀ ਗਲਾਵਾਂ ਲਾਹਣ ਵਾਸਤੇ ਲਿਆਂਦਾ ਗਿਆ। ਇਹਦੇ 'ਚ ਕੁਝ ਨਹੀਂ ਆ, ਹੋਰ ਇਹਦੇ ਵਿੱਚ ਕੁਝ ਨਹੀਂ। ਗੱਲ ਇਹ ਹੈ ਕਿ ਜਿਹੜੇ ਐਮਐਲਏ ਆ, ਲੋਕਾਂ ਦੇ ਚੁਣੇ ਹੋਏ ਐਮਐਲਏ, ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵੱਲੋਂ ਆਪਣਾ ਰੋਲ ਪਲੇ ਕਰਦੀ ਸਾਡੀ ਵਿਧਾਨ ਸਭਾ ਦੇ ਵਿੱਚ। ਆਮ ਆਦਮੀ ਪਾਰਟੀ ਸਾਰੀ ਵਿਧਾਨ ਸਭਾ ਦੇ ਵਿੱਚ ਬਹਿਸ ਕਰਦੀ, ਬਹਿਸ ਕਰਨ ਤੋਂ ਬਾਅਦ ਕੰਸੈਂਟ ਦਿੰਦੀ, ਕੰਸੈਂਟ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਜੀ ਕੋਲ ਇਹਨਾਂ ਦੇ ਜਿਹੜੇ ਵਿਰੋਧੀ ਦਲ ਦੇ ਨੇਤਾ ਹਰਪਾਲ ਸਿੰਘ ਜੀ ਚੀਮਾ ਜੀ, ਅਕਾਲੀ ਦਲ ਦੇ ਸਾਰੇ ਮੈਂਬਰ, ਉਹ ਗਵਰਨਰ ਸਾਹਿਬ ਕੋ ਜਾਂਦੇ,
ਉਸ ਸਮੇਂ ਇਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਬਿੱਲਾਂ ਦੇ ਵਿੱਚ ਕੀ ਗੱਲ ਹੈ। ਅਮੈਂਡਮੈਂਟ ਲਈ ਇਹ ਬੋਲੇ ਹੀ ਨਹੀਂ। ਇਹਨਾਂ ਨੇ ਤਾਂ ਸਰਬਸੰਮਤੀ ਨਾਲ 115 ਮੈਂਬਰਾਂ ਨੇ ਵਿਧਾਨ ਸਭਾ ਦੇ ਨੇ ਬੀਜੇਪੀ ਦੇ 2 ਭਰਾਵਾਂ ਨੂੰ ਛੱਡ ਕੇ ਪਾਸ ਕੀਤਾ। ਇਹਨਾਂ ਨੂੰ ਕਹਿਣ ਦਾ ਇਤਰਾਜ਼ ਕਰਨ ਦਾ ਕੀ ਰਾਤੋਂ ਰਾਤ ਕੀ ਹੋ ਗਿਆ? ਰਾਤੋਂ ਰਾਤ ਹੋਰ ਕੁਝ ਨਹੀਂ ਹੋਇਆ। ਰਾਤੋਂ ਰਾਤ ਦਾ ਮਤਲਬ ਇਹ ਹੈ ਕਿ ਇਕੱਲੀ ਰਾਜਨੀਤੀ ਹੈ। ਇਹਨਾਂ ਨੂੰ ਲੱਗਿਆ ਕਿ ਜੇ ਕੈਪਟਨ ਅਮਰਿੰਦਰ ਸਿੰਘ ਇਹ ਨਾ ਕਰਦੇ ਤਾਂ ਇਹਨਾਂ ਨੇ ਬਹੁਤ ਰੌਲਾ ਚੱਕ ਰੱਖਣਾ ਸੀ ਕਿ ਅਸੀਂ ਜੰਤਰ ਮੰਤਰ ਚੱਲੇ ਜੀ, ਅਸੀਂ ਆਹ ਚੱਲੇ। ਦੂਜੇ ਪਾਸੇ ਕੇਜਰੀਵਾਲ ਸਾਹਿਬ ਹੈ, ਬਿਆਨ ਦੇ ਰਹੇ, ਬਹੁਤ ਕੁਝ। ਮੇਰੀ ਇੱਕ ਗੱਲ ਸੁਣੋ, ਸੰਘਰਸ਼ ਚੋਂ ਉਪਜੀ ਹੋਈ ਆਮ ਆਦਮੀ ਜਿਹੜੀ ਪਾਰਟੀ ਹੈ, ਅੱਜ ਕੀ ਦਿੱਲੀ ਦੇ ਵਿਧਾਨ ਸਭਾ ਦੇ ਦਰਵਾਜ਼ੇ ਆ ਕਿਉਂ ਬੰਦ ਹੈ? ਉਹ ਕਿਸਾਨਾਂ ਲਈ ਕਿਉਂ ਬੰਦ ਹੈ? ਕਿਉਂ ਨਹੀਂ ਦਿੱਲੀ ਦੇ ਵਿੱਚ ਮੂਵਮੈਂਟ ਉਠਾਈ ਜਾ ਰਹੀ? ਅੱਛਾ ਬਾਬਾ ਜੀ, ਕੇਜਰੀਵਾਲ ਜੀ ਇੱਕ ਗੱਲ ਕਹਿੰਦੇ ਆ ਕਿ ਤੁਸੀਂ ਪਾਰਲੀਮੈਂਟ ਦੇ ਪਾਸ ਕੀਤੇ ਬਿੱਲ 'ਚ ਅਮੈਂਡਮੈਂਟ ਜਿਹੜੀ ਸਟੇਟ ਲੈਜਿਸਲੇਚਰ ਕਿੱਦਾਂ ਕਰ ਸਕਦੀ ਹੈ? ਤੁਸੀਂ ਕੀ ਸਮਝਦੇ ਹੋ? ਕੇਜਰੀਵਾਲ ਜੀ ਹੋਣ ਦੇ ਨਾਤੇ ਕਰ ਸਕਦੀ ਜਾਂ ਨਹੀਂ ਕਰ ਸਕਦੀ? ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਐਡਵੋਕੇਟ ਹੋਣ ਦੇ ਨਾਤੇ ਵੀ ਮੈਂ ਗੱਲ ਕਰਾਂਗਾ, ਦੂਸਰੀ ਵੀ ਗੱਲ ਕਰਾਂਗਾ। ਕੇਜਰੀਵਾਲ ਜੀ ਨੂੰ ਇਹ ਪੁੱਛੋ ਕਿ ਜਦੋਂ ਬਿੱਲ ਪਾਸ ਕੀਤੇ ਗਏ, ਬਹੁਤ ਉਹਨਾਂ ਦੇ ਜਿਹੜੇ ਇਸ ਤਰ੍ਹਾਂ ਦੇ ਬਿੱਲ ਸੀ ਕਿ ਜਿਹੜੇ ਐਲਜੀ ਸਾਹਿਬ ਨੇ ਉਹਨਾਂ ਦੇ ਬਿੱਲਾਂ ਤੇ ਰੋਕ ਲਾ ਦਿੱਤੀ ਸੀ ਜਦੋਂ ਕੇਂਦਰ ਸਰਕਾਰ, ਜਦੋਂ ਉਹਨਾਂ ਦੀ ਪਹਿਲੀ ਵਾਰ ਸਰਕਾਰ ਆਈ ਸੀ ਕੇਜਰੀਵਾਲ ਸਾਹਿਬ ਦੀ। ਉਹ ਕਿਉਂ? ਜਿਹੜੀ ਪਾਰਟੀ ਹੁੰਦੀ, ਸੱਤਾਧਾਰੀ ਧਿਰ ਹੁੰਦੀ, ਜ਼ਰੂਰੀ ਨਹੀਂ ਉਹਨਾਂ ਨੂੰ ਪਤਾ ਹੁੰਦਾ। ਸਾਡੇ ਕੈਪਟਨ ਸਾਹਿਬ ਨੇ ਇਹ ਵੀ ਕਿਹਾ, ਅੱਜ ਵੀ ਪਾਰਲੀਮੈਂਟ ਦੇ ਸਾਡੇ ਬਿੱਟੂ ਜੀ ਦਾ ਬਿਆਨ ਹੈ ਕਿ ਜੇ ਸਾਡੇ ਬਿੱਲਾਂ ਨੂੰ ਰਾਸ਼ਟਰਪਤੀ ਜਾਂ ਗਵਰਨਰ ਸਾਹਿਬ ਨੇ ਕੰਸੈਂਟ ਨਾ ਦਿੱਤੀ, ਅਸੀਂ ਦਿੱਲੀ ਜਾ ਕੇ ਲਗਾਤਾਰ ਸਾਡੇ ਐਮਪੀ ਧਰਨੇ ਤੇ ਅਣਮਿੱਥੇ ਸਮੇਂ ਲਈ ਬੈਠਣਗੇ। ਕੇਜਰੀਵਾਲ ਸਾਹਿਬ ਦੀ ਦੋਗਲੀ ਪਾਲਿਸੀ ਚੱਲ ਰਹੀ ਕਿ ਇਹਦੇ ਵਿੱਚ ਇਹ ਹੋ ਰਿਹਾ ਕਿ ਆਪਣੀ ਵਿਧਾਨ ਸਭਾ ਨੂੰ ਤਾਂ ਕਿਸਾਨਾਂ ਲਈ ਤਾਲਾ ਲਾਇਆ ਹੋਇਆ, ਉੱਥੇ ਤਾਂ ਚੁੱਪ ਹੈ। ਹਾਂ, ਇੱਥੇ ਆ ਕੇ ਉਹਨਾਂ ਦੇ ਭਗਵੰਤ ਮਾਨ ਜੀ ਰਾਤੋਂ ਰਾਤ ਪਤਾ ਨਹੀਂ ਕਿਹੜੀ ਗੁਰਤੀ ਆ ਗਈ, ਜਾਂ ਕੇਂਦਰ ਵੱਲੋਂ ਬੀ ਟੀਮ ਦੇ ਤਰ੍ਹਾਂ ਜਿਵੇਂ ਮੋਦੀ ਸਾਹਿਬ ਵੀ ਕੰਮ ਕਰ ਰਹੇ ਕਿ ਉੱਪਰੋਂ ਇਸ਼ਾਰਾ ਆ ਗਿਆ ਕੇਜਰੀਵਾਲ ਜੀ ਦਾ ਵੀ ਤੁਸੀਂ ਵਿਧਾਨ ਸਭਾ 'ਚ ਅੱਜ ਕੀ ਕਰਿਆ ਹੈ, ਇਹ ਤਾਂ ਕਰਨਾ ਨਹੀਂ ਚਾਹੀਦਾ ਸੀ, ਤੇ ਸਵੇਰ ਨੂੰ ਮੁੱਕਰ ਗਏ। ਇਸ ਤਰ੍ਹਾਂ ਦਾ ਹੈ ਹੀ ਨਹੀਂ। ਸਿੰਘ ਜੀ, ਕਾਂਗਰਸ ਪਾਰਟੀ ਕਹਿ ਰਹੀ ਹੈ ਆਪਣੀਆਂ ਜਿੱਥੇ ਜਿੱਥੇ ਸਰਕਾਰਾਂ ਹੈ ਕਿ ਤੁਸੀਂ ਰਾਜਸਥਾਨ ਸਰਕਾਰ ਨੇ ਵੀ ਜਿਹੜਾ ਵਿਸ਼ੇਸ਼ ਸੈਸ਼ਨ ਬੁਲਾ ਲਿਆ ਹੈ, ਉਹ ਵੀ ਸ਼ਾਇਦ ਜਿਹੜੇ ਕੇਂਦਰ ਸਰਕਾਰ ਦੇ ਬਿੱਲ ਹੈ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਕਾਨੂੰਨ ਪਾਸ ਕਰਨ। ਕੀ ਕੇਜਰੀਵਾਲ ਸਾਹਿਬ ਕੋਲ ਇਹ ਆਪਸ਼ਨਸ ਹੈ, ਜਾਂ ਤੁਸੀਂ ਸਮਝਦੇ ਹੋ ਕਿ ਉਹਨਾਂ ਨੂੰ ਵੀ ਪੰਜਾਬ ਸਰਕਾਰ ਨੇ ਭਾਵੇਂ ਕੁਝ ਹੀ ਕੀਤਾ ਤੇ ਹੈ, ਕੇਜਰੀਵਾਲ ਸਾਹਿਬ ਨੂੰ ਅਜਿਹਾ ਕੁਝ ਕਰਨਾ ਚਾਹੀਦਾ? ਦਿੱਲੀ 'ਚ ਭਾਵੇਂ ਕਿਸਾਨ ਘੱਟ ਨੇ, ਪਰ ਜੋ ਵੀ ਹੈ ਉਹਨਾਂ ਦੀ ਰਾਖੀ ਵਾਸਤੇ ਅਜਿਹਾ ਕੋਈ ਬਿੱਲ ਲਿਆਂਦਾ ਜਾ ਸਕਦਾ ਜਾਂ ਲਿਆਉਣਾ ਚਾਹੀਦਾ? ਦੇਖੋ ਜੀ, ਪੰਮਾ ਜੀ ਕਾਨੂੰਨ ਦੇ ਜਾਣਕਾਰ ਨੇ। ਪੰਮਾ ਜੀ ਨੇ ਗੱਲ ਕੀਤੀ ਸੀ ਕਿ ਕੇਜਰੀਵਾਲ ਦੇ ਜਿਹੜੇ ਮਤਲਬ ਕੋਈ ਵੀ ਕਾਨੂੰਨ ਬਣਾਉਣਾ ਹੈ, ਕੋਈ ਵੀ ਚੀਜ਼ ਜਾਂਦੀ ਹੈ। ਦੇਖੋ, ਜਿਹੜਾ ਆਪਣਾ ਪੰਜਾਬ ਹੈ, ਇਹ ਇੱਕ ਇੰਡੀਪੈਂਡੈਂਟ ਸਟੇਟ ਹੈ। ਦਿੱਲੀ ਜਿਹੜੀ ਇੰਡੀਪੈਂਡੈਂਟ ਸਟੇਟ ਨਹੀਂ ਹੈ, ਉੱਥੇ ਜਿੰਨਾ ਚਿਰ ਐਲਜੀ ਦੀ ਮੋਹਰ ਨਹੀਂ ਲੱਗੇਗੀ ਕੋਈ ਵੀ ਚੀਜ਼ ਅਮਲ 'ਚ ਨਹੀਂ ਲਿਆਈ ਜਾ ਸਕਦੀ। ਤੇ ਉਹਦੇ ਵਿੱਚ ਦੇਖੋ, ਤੇ ਉੱਥੇ ਜੋ ਵੀ ਚੀਜ਼ਾਂ ਬਣਾਈਆਂ ਗਈਆਂ ਸਾਰੀਆਂ ਹੀ ਦਿੱਲੀ ਦੇ ਹਿੱਤ 'ਚ ਬਣਾਈਆਂ ਗਈਆਂ। ਉਹ ਕਿਸੇ ਨੀਅਤ 'ਚ ਸਫਾਈ ਨਾ ਹੋਣ ਕਰਕੇ ਐਲਜੀ ਕਿੱਥੋਂ ਆਪਰੇਟ ਹੁੰਦੇ ਆ, ਕੀ ਹੁੰਦੇ ਆ, ਉਹਨਾਂ ਕਰਕੇ ਉਹ ਸਾਰੀਆਂ ਚੀਜ਼ਾਂ ਰੋਕੀਆਂ ਜਾਂਦੀਆਂ ਸਨ। ਇੱਕ ਤੇ ਉਹ ਗੱਲ ਹੋ ਗਈ। ਦੂਸਰੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਵੀ ਰਾਜਸਥਾਨ 'ਚ ਮਤਲਬ ਗੱਲਬਾਤ ਚੱਲ ਰਹੀ ਹੈ ਨਾ, ਮੈਂ ਬਿਲਕੁਲ ਤੁਹਾਡੀ ਗੱਲ ਨਾਲ ਰਾਣਾ ਜੀ ਸਹਿਮਤ ਹਾਂ। ਉੱਥੇ ਵੀ ਇਸ ਚੀਜ਼ ਨੂੰ ਕੀਤਾ ਜਾਏ, ਹੁੰਦੀ ਹੈ ਜਾਂ ਨਹੀਂ ਹੁੰਦੀ ਉਹ ਬਾਅਦ ਦੀ ਗੱਲ ਹੈ। ਉੱਥੇ ਇਸ ਚੀਜ਼ ਨੂੰ ਕੀਤਾ ਜਾ ਸਕਦਾ ਹੈ, ਹੋਰ ਆਵਾਜ਼ ਉਠਾਈ ਜਾ ਸਕਦੀ ਹੈ। ਪਰ ਕੇਜਰੀਵਾਲ ਜੀ ਦਾ ਜਿਹੜਾ ਵਰਜਨ ਸੀ ਨਾ, ਉਹ ਕੇਜਰੀਵਾਲ ਜੀ ਦਾ ਵਰਜਨ ਜਿਹੜਾ ਹੈ ਉਹ ਪੰਜਾਬ ਵਾਸਤੇ ਵਰਜਨ ਸੀ ਕਿ ਜੇ ਇਹ ਚੀਜ਼ ਬਣਦੀ ਹੈ ਤੇ ਇਹਨੂੰ ਕਿਸ ਤਰ੍ਹਾਂ ਇੰਪਲੀਮੈਂਟੇਸ਼ਨ 'ਚ ਲਿਆਇਆ ਜਾਏਗਾ, ਉਹ ਕਿਸ ਤਰ੍ਹਾਂ ਕੀਤਾ ਜਾਏਗਾ। ਦੇਖੋ, ਅਸੀਂ ਕੇਂਦਰ ਦੀ ਸਹਿਮਤੀ ਤੋਂ ਬਗੈਰ ਜੇ ਤੁਸੀਂ ਫਸਲ ਕੌਣ ਖਰੀਦੇਗਾ, ਹੋਰ ਉਹ ਫਸਲ ਕਿੱਥੇ ਜਾਏਗੀ? ਕਿਉਂਕਿ ਝੋਨਾ ਹੈ, ਝੋਨਾ ਸਾਰਾ ਇੱਥੇ ਤੇ ਕੰਜ਼ਿਊਮ ਹੁੰਦਾ ਨਹੀਂ ਹੈ। ਖਰੀਦ ਕੇ ਸਰਕਾਰੀ ਏਜੰਸੀਆਂ ਉਹਨਾਂ ਨੂੰ ਦੂਸਰੀ ਸਟੇਟਾਂ 'ਚ ਭੇਜਦੀਆਂ ਨੇ, ਉਹ ਚਾਵਲ ਉਹ ਦੂਸਰੀ ਸਟੇਟਾਂ ਕਰਦੀਆਂ ਨੇ। ਤੇ ਜੇ ਉਹ ਦੂਸਰੀ ਸਟੇਟਾਂ 'ਚ ਇੱਥੋਂ ਜਾਏਗਾ ਹੀ ਨਹੀਂ ਤਾਂ ਐਮਐਸਪੀ ਇੱਥੇ ਕੀ ਕੰਮ ਕਰੇਗੀ? ਉਹਨੂੰ ਕਿੱਥੇ ਡਿਸਪੋਜ਼ਲ ਹੋਏਗਾ, ਉਹਦੀ ਖਰੀਦ ਕਿਸ ਤਰ੍ਹਾਂ ਹੋਏਗੀ, ਉਹਦੇ ਕੀ ਸਟ੍ਰੈਟਜੀ ਹੋਏਗੀ? ਦੇਖੋ, ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਕਿਸੇ ਚੀਜ਼ ਨੂੰ ਕਰਨ ਵਾਸਤੇ ਬੇਸਿਕ ਜਿਹੜੀ ਗੱਲਾਂ ਨੇ ਉੱਥੋਂ ਸ਼ੁਰੂ ਕਰਕੇ ਔਰ ਕਿਸ ਤਰ੍ਹਾਂ ਅੱਗੇ ਗੱਲ ਚੱਲੇਗੀ ਉਹ ਤੇ ਗੱਲ ਕਰਨੀ ਚਾਹੀਦੀ। ਅਸੀਂ ਸਿਰਫ ਜਲਦਬਾਜ਼ੀ ਦੇ ਵਿੱਚ ਇਹੋ ਜਿਹੇ ਕੰਮ ਕਰ ਰਹੇ ਹਾਂ। ਦੇਖੋ, ਪਿਛਲੇ ਦਿਨਾਂ 'ਚ ਅਕਾਲੀ ਦਲ ਬੀਜੇਪੀ ਦੇ ਨਾਲ ਸੀ, ਹੈ ਨਾ, ਸਾਰਾ ਕੁਝ ਹੋ ਗਿਆ, ਕਿਸੇ ਨੇ ਗੱਲ ਨਹੀਂ ਕੀਤੀ। ਜਦੋਂ ਗੇਮ ਆਪਣੇ ਪਾਲੇ 'ਚੋਂ ਬਾਹਰ ਜਾਂਦੀ ਨਜ਼ਰ ਆਈ ਤੇ ਉਹਨਾਂ ਨੇ ਰੌਲਾ ਪਾ ਲਿਆ, ਹੁਣ ਜੇ ਅਸੀਂ ਅਲੱਗਾ ਹੋ ਗਏ, ਹੁਣ ਸਾਡਾ ਤਲਾਕ ਹੋ ਗਿਆ। ਇਸੇ ਤਰ੍ਹਾਂ ਕਾਂਗਰਸ ਦਾ ਰੋਲ ਹੈ। ਹੁਣ ਕਾਂਗਰਸ ਆਪਣੀ ਜ਼ਮੀਨ ਖਿਸਕਦੀ ਵੇਖ ਕੇ ਹੁਣ ਇਹਨਾਂ ਨੂੰ ਇਹ ਲੱਗਦਾ ਹੈ ਕਿ ਕੋਈ ਇਹੋ ਜਿਹੀ ਅਸੀਂ ਗੱਲ ਕਰ ਦਈਏ ਵੀ ਜਿਹਦੇ ਨਾਲ
ਵੀ ਪੰਜਾਬ ਦੀ ਜਨਤਾ ਸਾਡੇ ਨਾਲ ਸਹਿਮਤੀ ਪੰਮਾ ਜੀ, ਪ੍ਰਗਟ ਕਰ ਲਵੇ। ਤੁਸੀਂ ਘਰ ਘਰ ਰੋਜ਼ਗਾਰ ਦਾ ਗੱਲ ਕੀਤੀ ਸੀ, ਤੁਸੀਂ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ। ਆਮ ਆਦਮੀ ਪਾਰਟੀ ਦਾ ਇਹ ਕਹਿਣਾ ਹੈ ਕਿ ਉਹ ਸਾਰੇ ਮੁੱਦੇ ਪਿੱਛੇ ਚਲੇ ਜਾਣ। ਅੱਜ ਤੁਹਾਨੂੰ ਲੋਕਾਂ ਦੀ ਕਚਹਿਰੀ 'ਚ ਜਾਣਾ ਔਖਾ ਪਿਆ ਹੋਇਆ ਸੀ ਕਿਉਂਕਿ 4 ਸਾਲ ਤੁਹਾਡੇ ਬੀਤ ਗਏ ਅਤੇ ਹੁਣ 5ਵੇਂ ਸਾਲ ਲੋਕਾਂ ਨੇ ਤੁਹਾਡੇ ਤੋਂ ਜਵਾਬਦੇਹੀ ਲੈਣੀ ਸੀ। ਉਹ 'ਤੇ ਪਰਦਾ ਪਾਉਣ ਲਈ ਤੁਸੀਂ ਇਹ ਸਾਰਾ ਹੁਣ ਜਿਹੜਾ ਹੈ ਇਹ ਕੰਮ ਕਰ ਰਹੇ ਹੋ, ਕਿਸਾਨਾਂ ਦੇ ਹਿਤੈਸ਼ੀ ਬਣ ਕੇ ਦੱਸ ਰਹੇ ਹੋ, ਜਦ ਕਿ ਬਿੱਲਾਂ 'ਚ ਹੈ ਕੁਝ ਨਹੀਂ। ਇਸ ਗੱਲ ਦਾ ਜਵਾਬ ਮੈਂ ਦਿੰਦਾ। ਇਹ ਕਹਿੰਦੇ ਕਿ ਪਾਸ ਕਰਨੇ ਸਾਡੇ ਐਲਜੀ ਸਾਹਿਬ ਰੋਕਦੇ ਆ, ਸਾਡੇ ਵੀ ਗਵਰਨਰ ਸਾਹਿਬ ਬੈਠੇ, ਗਵਰਨਰ ਸਾਹਿਬ ਨੇ ਕੰਸੈਂਟ ਦੇਣੀ। ਇਹ ਐਲਜੀ ਸਾਹਿਬ ਵਾਲਾ ਬਹਾਨਾ ਹੈ। ਕੇਜਰੀਵਾਲ ਸਾਹਿਬ ਨੇ ਅੱਜ ਹੀ ਪੰਜਾਬ ਵਿਰੋਧੀ ਨੀਤੀ ਨਹੀਂ ਅਪਣਾਈ ਹੋਈ, ਅੱਜ ਹੀ ਆਪਣੇ ਮੂੰਹ ਤੇ ਪਾਬੰਦੀ ਲਾ ਕੇ ਨਹੀਂ ਬੈਠੇ। ਜਦੋਂ ਪਿਛਲੀ ਟਰਮ ਵੇਲੇ ਹਰਿਆਣੇ ਦੀ ਇਲੈਕਸ਼ਨ ਸੀ ਤਾਂ SYL ਦੇ ਮੁੱਦੇ ਤੇ ਕੇਜਰੀਵਾਲ ਸਾਹਿਬ ਉਸ ਸਮੇਂ ਹਰਿਆਣੇ ਦੇ ਹੱਕ 'ਚ ਬੋਲ ਕੇ ਆਏ ਸੀ। ਕਿਸਾਨ ਤੁਹਾਤੋਂ ਵੀ ਖੁਸ਼ ਨਹੀਂ। ਨਹੀਂ, ਉਹ ਕਹਿੰਦੇ ਨਹੀਂ, 1917 'ਚ ਤੁਸੀਂ APMC ਐਕਟ 'ਚ ਸੋਧ ਕੀਤੀ। ਨਹੀਂ ਅੱਜ ਦੀਆਂ ਤੁਸੀਂ ਥਰਮਲ ਵੇਚ ਰਹੇ ਹੋ, ਤੁਸੀਂ ਵੇਚ ਰਹੇ ਹੋ, ਨਹੀਂ, ਕਿਸਾਨ ਤਾਂ ਉਹਦੇ ਵੀ ਖਿਲਾਫ ਹੈ। ਰਾਣਾ ਜੀ, ਅੱਜ ਦੀਆਂ ਤੁਸੀਂ ਅਖਬਾਰਾਂ ਪੜ੍ਹੋ, 30 ਕਿਸਾਨ ਜਥੇਬੰਦੀਆਂ ਨੇ ਸਵਾਗਤ ਕੀਤਾ ਕਿ ਲੜਾਈ ਦੀ ਸ਼ੁਰੂਆਤ, ਜਿਹੜੀ ਲੜਾਈ ਦੀ ਅਸੀਂ ਪਹਿਲੀ ਸ਼ੁਰੂਆਤ ਕੀਤੀ, ਉਹ ਬਹੁਤ ਚੰਗੀ ਸ਼ੁਰੂਆਤ ਹੋਈ। ਕਿਸੇ ਵੀ ਅਖਬਾਰ ਔਨ ਰਿਕਾਰਡ ਐਜ ਜਿਹੜੀਆਂ ਮੇਨ ਅਖਬਾਰਾਂ ਹੈ ਉਹਨਾਂ ਦੀਆਂ ਸੁਰਖੀਆਂ ਹੈ ਕਿ 30 ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜੋ ਪੰਜਾਬ ਵਿਧਾਨ ਸਭਾ 'ਚ ਬਿੱਲ ਪਾਸ ਕੀਤੇ ਗਏ, ਉਹ ਵਿਧਾਨ ਸਭਾ ਦੇ ਬਿੱਲ ਜਿਹੜੇ ਪਾਸ ਕੀਤੇ ਗਏ, ਅੱਜ ਜਿਹੜੀ ਸਾਡੀ ਲੜਾਈ ਜਿਹੜੀ ਅਸੀਂ ਕਰ ਰਹੇ ਹਾਂ ਉਹਦੀ ਸਭ ਤੋਂ ਚੰਗੀ ਸ਼ੁਰੂਆਤ ਜਿਹੜੇ ਵਿਧਾਨ ਸਭਾ 'ਚ ਬਿੱਲ ਪਾਸ ਕੀਤੇ ਗਏ ਤੇ ਕੇਂਦਰ ਸਰਕਾਰ ਵੱਲੋਂ ਕਾਲੇ ਕਾਨੂੰਨਾਂ ਦੇ ਵਿਰੁੱਧ ਜਿਹੜੀ ਲੜਾਈ ਕੈਪਟਨ ਅਮਰਿੰਦਰ ਸਿੰਘ ਨੇ ਲੜੀ ਹੈ, ਉਹ ਤੋਂ ਅਸੀਂ ਕਿਸੇ ਹੱਦ ਤੱਕ ਸੰਤੁਸ਼ਟ ਹਾਂ। ਨਹੀਂ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਮੈਂ ਤੁਹਾਨੂੰ ਇਹ ਗੱਲ ਪੁੱਛਣਾ ਚਾਹੁੰਦਾ, ਕੋਵਿਡ ਦੇ ਤੋਂ ਬਾਅਦ ਕਿੱਦਾਂ ਪੰਜਾਬ ਦੇ ਖਜ਼ਾਨੇ ਨੂੰ ਜਿਹੜਾ ਹੈ ਉਹ ਥੋੜ੍ਹਾ ਬਚਾਇਆ ਜਾਵੇ, ਲੋਕਾਂ ਦੀ ਜਿਹੜੀ ਹੈ ਆਰਥਿਕ ਹਾਲਤ ਨੂੰ ਸੁਧਾਰਿਆ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਗਰੁੱਪ ਆਫ ਐਕਸਪਰਟ ਇੱਕ ਬਣਾਇਆ ਸੀ ਮਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ 'ਚ। ਉਹਨਾਂ ਨੇ ਆਪਣੀ ਰਿਕਮੈਂਡੇਸ਼ਨ ਦਿੱਤੀ ਹੈ ਕਿ ਸਾਨੂੰ ਜਿਹੜੀਆਂ ਹੈ ਸੈਲਰੀਜ਼ ਘਟਾਉਣੀਆਂ ਚਾਹੀਦੀਆਂ, ਐਕਸਾਈਜ਼ ਡਿਊਟੀ ਵਧਾਉਣੀ ਚਾਹੀਦੀ, ਬਿਜਲੀ ਜਿਹੜੀ ਹੈ ਸਾਨੂੰ ਜਿਹੜੀ ਫ੍ਰੀ ਬਿਜਲੀ ਹੈ ਉਹ ਤੇ ਵੀ ਜਿਹੜੀ ਹੈ ਇਹ ਜਿਹੜੇ ਰਿਫਾਰਮਸ ਮੈਜ਼ਰ ਹੈ ਤੁਸੀਂ ਆਪ ਨੂੰ ਲਾਗੂ ਕਰਦੇ ਹੋ। ਤੁਹਾਡੇ ਜਿਹੜੇ 2019 ਦੇ ਮੈਨੀਫੈਸਟੋ 'ਚ ਵੀ ਇਹ ਸੀ ਕਿ ਅਸੀਂ APMC ਐਕਟ 'ਚ ਜਿਹੜੀ ਹੈ ਉਹ ਸੋਧ ਕਰਾਂਗੇ। ਹੁਣ ਅੱਜ ਤੁਸੀਂ ਜਿਹੜਾ ਹੈ ਜਦ ਕੇਂਦਰ ਨੇ ਕਾਨੂੰਨ ਪਾਸ ਕੀਤਾ ਤੁਸੀਂ ਉਹਦੇ ਖਿਲਾਫ। ਦੇਖੋ, ਜਿਹੜੀ ਮਨਟੇਕ ਸਿੰਘ ਆਹਲੂਵਾਲੀਆ ਜੀ ਦੀ ਰਿਪੋਰਟ ਐਕਸਪਰਟਸ ਦੀ, ਉਹ ਲਾਗੂ ਤਾਂ ਨਹੀਂ ਨਾ ਕੀਤੀ। ਕਿਸੇ ਤੋਂ ਰਾਏ ਤਾਂ ਮੰਗੀ ਜਾ ਸਕਦੀ ਨਾ, ਰਾਏ ਮੰਗਣਾ ਤਾਂ ਕੋਈ ਪਾਪ ਨਹੀਂ ਹੈ, ਪਾਪ ਤਾਂ ਲਾਗੂ ਕਰਨਾ ਹੈ। ਪਾਪ ਤਾਂ ਦਿੱਲੀ ਦੀ ਵਿਧਾਨ ਸਭਾ ਨੂੰ ਕਿਸਾਨਾਂ ਦੇ ਲਈ ਤਾਲਾ ਬੰਦ ਕਰਕੇ ਰੱਖਣਾ ਹੈ। ਪਾਪ ਤਾਂ ਇਹ ਹੈ ਵੀ ਜੰਤਰ ਮੰਤਰ ਤੇ ਕੇਵਲ ਇੱਕ ਪ੍ਰੋਟੈਸਟ ਸਿੰਬੋਲਿਕ ਕੀਤਾ ਗਿਆ ਆਮ ਆਦਮੀ ਪਾਰਟੀ ਤੇ ਅਕਾਲੀਆਂ ਵੱਲੋਂ। ਅਕਾਲੀਆਂ ਨੇ ਅਸਤੀਫੇ ਦੇ ਦਿੱਤੇ, ਅਕਾਲੀ ਅਸਤੀਫੇ ਤਾਂ ਨਹੀਂ ਬੈਠੇ, ਪਰ ਅਕਾਲੀ ਕਦੇ ਕੋਈ ਕਿਸਾਨ ਦੇ ਹੱਕ ਦੇ ਵਿੱਚ ਲੜਾਈ ਲੜਨੀ ਸੀ ਪਾਰਲੀਮੈਂਟ 'ਚ, ਲੜਾਈ ਲੜਨੀ ਸੀ ਕੈਬਨਿਟ ਕਮੇਟੀਆਂ ਦੀ ਮੀਟਿੰਗ ਦੇ ਵਿੱਚ। ਇਸ ਤਰ੍ਹਾਂ ਹੀ ਆਮ ਆਦਮੀ ਦਾ ਰਾਤੋਂ ਰਾਤ ਬਦਲਣਾ ਇਹ ਹੈ ਕਿ ਜਿਹੜੀ ਕਿਸਾਨਾਂ ਦੀ ਮੂਵਮੈਂਟ ਚੱਲ ਰਹੀ ਉਹਨੂੰ ਖੋਰਾ ਲਾਉਣਾ, ਉਹਨੂੰ ਕਿਸੇ ਨਾ ਕਿਸੇ ਦੇਸ਼ ਦੇ ਪੱਧਰ ਤੇ ਸਾਬਤ ਕਰਨਾ ਕਿ ਪੰਜਾਬ ਇਕੱਠਾ ਨਹੀਂ ਹੈ। ਪਰ ਇਸ ਸਮੇਂ ਪੰਜਾਬ ਨੂੰ ਇਕੱਠੇ ਹੋਣ ਦੀ ਲੋੜ ਹੈ, ਪੰਜਾਬੀਅਤ ਨੂੰ ਇਕੱਠੇ ਹੋਣ ਦੀ ਲੋੜ ਹੈ। ਕਿਸਾਨ ਜਥੇਬੰਦੀਆਂ ਦੇ ਪਿੱਛੇ ਲੱਗ ਕੇ ਸਾਨੂੰ ਇਸ ਸੰਘਰਸ਼ ਦੀ ਲੋੜ ਹੈ। ਬਲਵਿੰਦਰ ਸਿੰਘ ਜੀ, ਕੇਜਰੀਵਾਲ ਤੇ ਇਲਜ਼ਾਮ ਹਮੇਸ਼ਾ ਰਿਹਾ ਕਿ ਉਹ ਪੰਜਾਬ ਵਿਰੋਧੀ ਨੇ। ਰਾਣਾ ਜੀ, ਤੁਸੀਂ ਵੀ ਸਮਾਜ ਦੇ ਵਿੱਚ ਵਿਚਰਦੇ ਹੋ ਜੀ। ਅੱਜ ਜਿਹੜੀ ਪੰਜਾਬ ਦੀ ਆਵਾਜ਼ ਹੈ, ਕੁਝ ਅੰਦਰ ਹੈ ਕੁਝ ਬਾਹਰ ਹੈ। ਅੱਜ ਪੰਜਾਬ ਜਿਹੜਾ ਹੈ ਉਹਦੇ ਖੰਭ ਜਿਹੜੇ ਨੇ ਫੜਫੜਾ ਰਹੇ ਨੇ ਵੀ ਇਹਨਾਂ ਰਵਾਇਤੀ ਚੀਜ਼ਾਂ ਚੋਂ ਨਿਕਲ ਕੇ ਅਸੀਂ ਇੱਕ ਪੰਜਾਬ ਨੂੰ ਇਹੋ ਜਿਹੀ ਸੇਧ ਦਈਏ, ਇਹੋ ਜਿਹੀ ਜਗ੍ਹਾ 'ਤੇ ਲਿਆਈਏ ਜਿੱਥੇ ਕਿ ਪਰਿਵਾਰਵਾਦ ਚੋਂ ਹੋਰ ਬਾਕੀਆਂ ਚੀਜ਼ਾਂ ਚੋਂ, ਜਿੱਥੇ ਸਵਾਰਥ ਦੀ ਰਾਜਨੀਤੀ ਹੁੰਦੀ ਹੈ, ਉਹ ਸਿਰਫ ਆਪਣੇ ਨਿੱਜੀ ਸਵਾਰਥਾਂ ਵਾਸਤੇ, ਆਪਣੇ ਐਸੈਟਸ ਨੂੰ ਵਧਾਉਣ ਵਾਸਤੇ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ 'ਤੇ ਲਿਜਾ ਕੇ ਉਹਨਾਂ ਐਸੈਟਸ ਨੂੰ ਵਧਾਉਣ ਵਾਸਤੇ ਰਾਜਨੀਤੀ ਕੀਤੀ ਜਾਂਦੀ ਹੈ। ਪੰਜਾਬ ਨੂੰ ਸ਼ੋਸ਼ਣ ਕੀਤਾ ਜਾ ਰਿਹਾ ਪੰਜਾਬ ਦਾ। ਉਸ ਚੀਜ਼ ਨੂੰ ਤੁਸੀਂ ਆਪ ਦੇਖ ਰਹੇ ਹੋਗੇ ਕਿ ਅੱਜ ਜਨਤਾ ਕੀ ਚਾਹੁੰਦੀ ਹੈ, ਅੱਜ ਜਨਤਾ ਕਿਹੜੇ ਪਾਸੇ ਤੁਰੀ ਹੈ। ਵਿਧਾਨ ਸਭਾ 'ਚ ਤੁਸੀਂ ਮੰਨਦੇ ਹੋ ਕਿ ਤੁਹਾਡੇ ਤੋਂ ਗਲਤੀ ਹੋਈ ਹੈ ਕਿ ਇੱਕ ਵਾਰ ਤੁਸੀਂ ਸਮਰਥਨ ਕਰ ਬੈਠੇ ਉਹਨਾਂ ਬਿੱਲਾਂ ਦਾ ਜਿਹਦੇ 'ਚ ਤੁਹਾਡੇ ਕਹਿਣ ਮੁਤਾਬਕ ਉਹ ਬਿੱਲ ਜਿਹੜੇ ਹੈ ਕਿਸਾਨਾਂ ਲਈ ਨਾਕਾਫੀ ਨੇ? ਦੇਖੋ ਜੀ, ਬਿੱਲਾਂ ਦਾ ਜੇ ਕਿਸਾਨ ਦੇ ਹਿੱਤ ਦੇ ਵਿੱਚ ਕੋਈ ਗੱਲ ਹੁੰਦੀ ਹੈ, ਉਹਦੇ ਵਿੱਚ ਹਰ ਜਗ੍ਹਾ ਅਸੀਂ ਸਮਰਥਨ ਦੇਣ ਨੂੰ ਤਿਆਰ ਹੈ ਜਾਂ ਸਾਡਾ ਸਮਰਥਨ ਹੈਗਾ ਜੇ ਕਿਸਾਨ ਦੇ ਜਾਂ ਪੰਜਾਬ ਦੇ ਹਿੱਤ ਦੀ ਗੱਲ ਹੁੰਦੀ ਹੈ। ਪਰ ਇਹ ਹੈ ਵੀ ਉਹਦੇ ਵਿੱਚ ਜਿਹੜੀ ਨੀਅਤ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ, ਔਰ ਸਾਰਾ ਕੁਝ ਟਰਾਂਸਪੈਰੈਂਸੀ ਬਹੁਤ ਜ਼ਰੂਰੀ ਹੈ। ਕਿਸਾਨਾਂ ਨੂੰ ਵੀ ਮਤਲਬ ਸਾਰਾ ਕੁਝ ਦੱਸਣਾ ਚਾਹੀਦਾ ਸੀ, ਔਰ ਸਾਰੀ ਪਾਰਟੀਆਂ ਨੂੰ ਨਾਲ ਲੈ ਕੇ ਗੱਲਬਾਤ ਹੁੰਦੀ ਤੇ ਵਧੀਆ ਹੁੰਦੀ।
ਕੀ ਆਪਣੇ ਤੌਰ ਤੇ ਵਿਅਕਤੀਗਤ ਤੌਰ ਤੇ ਕੀ ਸਮਝਦੇ ਹੋ ਕਿ ਐਮਐਸਪੀ ਤੇ ਖਰੀਦ ਜਿਹੜੀ ਹੈ ਬਾਕੀ ਫਸਲਾਂ ਜਿਹੜੀਆਂ ਐਕਸਕਲੂਡ ਕੀਤੀਆਂ ਗਈਆਂ, ਨੰਬਰ 1 ਉਹ, ਤੇ ਦੂਜੀ ਐਮਐਸਪੀ ਤੇ ਪੰਜਾਬ ਸਰਕਾਰ ਨੂੰ ਖਰੀਦ ਕਰਨੀ ਚਾਹੀਦੀ ਹੈ ਜੇ ਕੇਂਦਰ ਸਰਕਾਰ ਆਪਣਾ ਹੱਥ ਪਿੱਛੇ ਦੇਖੋ, ਖਿੱਚਦੀ ਹੈ? ਇੱਕ ਗੱਲ ਹੋਰ ਹੈ, ਇਹੀ ਤਾਂ ਗੱਲ ਹੈ ਆਮ ਆਦਮੀ ਦੀ। ਆਮ ਆਦਮੀ ਦਿੱਲੀ ਦਰਬਾਰ ਨਾਲ ਲੜੀ ਹੋਈ, ਆਪਸ ਦੇ ਵਿੱਚ ਕੋਲੈਬੋਰੇਸ਼ਨ ਹੈ ਇਹਨਾਂ ਦੀ। ਉਹ ਕਾਰਨ ਕੀ ਹੈ? ਐਮਐਸਪੀ ਦੇ ਵੀਟ ਤੇ ਰਾਈਸ ਖਰੀਦਣ ਦੇ ਨਾਲ ਘੱਟੋ ਘੱਟ 70,000 ਕਰੋੜ ਰੁਪਈਆ ਕੇਂਦਰ ਤੋਂ ਪੰਜਾਬ ਨੂੰ ਆਉਂਦਾ। ਇਹੀ ਮੋਦੀ ਸਾਹਿਬ ਚਾਹੁੰਦੇ ਕਿ 70,000 ਕਰੋੜ ਰੁਪਈਆ ਐਫਸੀਆਈ ਰਾਹੀਂ ਨਾ ਜਾਵੇ। ਅਸੀਂ 70,000 ਕਰੋੜ ਰੁਪਏ ਨੂੰ ਉਹਨਾਂ ਸਟੇਟਾਂ ਦੇ ਵਿੱਚ ਲੈ ਕੇ ਜਾਈਏ ਜਿੱਥੇ ਇਲੈਕਸ਼ਨ ਹੈ ਜਾਂ ਜਿੱਥੇ ਉਹਨਾਂ ਦਾ ਦਬਦਬਾ ਹੈ। ਪੰਜਾਬ ਦੀ ਜਿਹੜੀ ਰੀੜ੍ਹ ਦੀ ਹੱਡੀ ਕਿਸਾਨੀ ਹੈ ਉਹਨੂੰ ਤੋੜਨ ਦੇ ਲਈ ਐਮਐਸਪੀ ਨੂੰ ਆਮ ਆਦਮੀ ਵੀ ਇਹੀ ਕਹਿ ਰਹੀ ਪੰਜਾਬ ਸਰਕਾਰ ਖਰੀਦੇ। ਪੰਜਾਬ ਸਰਕਾਰ ਕੋਲ ਰੈਵਨਿਊ ਇੰਨਾ ਨਹੀਂ ਹੈ। ਸਾਡੇ ਤਾਂ 4-5 ਹਜ਼ਾਰ ਕਰੋੜ ਜੀਐਸਟੀ ਨਹੀਂ ਦੇ ਰਿਹਾ ਕੇਂਦਰ ਸਰਕਾਰ ਬੈਠ ਕੇ। ਸਾਡੇ ਕੋਲ ਤਾਂ ਕਹਿੰਦੇ ਲੋਨ ਲੈ ਲਓ ਤੁਸੀਂ ਜੀਐਸਟੀ ਦਾ। ਕੇਵਲ ਤੇ ਕੇਵਲ ਆਮ ਆਦਮੀ ਕੇਂਦਰ ਸਰਕਾਰ ਅੱਜ ਵੀ ਖਰੀਦ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਅਸੀਂ ਕੱਲ੍ਹ ਨੂੰ ਵੀ ਖਰੀਦਾਂਗੇ। ਫਿਰ ਤੁਸੀਂ ਇਲਜ਼ਾਮ ਕਿਉਂ ਲਾਉਂਦੇ ਹੋ ਕਿ ਇਹ ਹੱਥ ਪਿੱਛੇ ਖਿੱਚਣਗੇ? ਹੱਥ ਪਿੱਛੇ ਖਿੱਚਣਗੇ ਦਾ ਇਲਜ਼ਾਮ ਹੈ, ਇਹ ਕਿਸਾਨ ਯੂਨੀਅਨ ਦਾ ਇਲਜ਼ਾਮ ਹੈ। ਅਸੀਂ ਨਾਲ ਹੈ ਉਹਨਾਂ ਦੇ। ਇਹਨਾਂ ਨੇ ਜਿੱਥੇ ਜਿੱਥੇ ਵੀ ਕੀਤਾ, ਇਹਨਾਂ ਨੇ ਜੀਐਸਟੀ ਦੇ ਵਿੱਚ ਵੀ ਇਹੀ ਕਿਹਾ, ਬੀਜੇਪੀ ਅਕਾਲੀਆਂ ਨੇ ਉਸ ਸਮੇਂ ਵੀ ਇਹੀ ਕਿਹਾ ਕਿ ਜਿਹੜਾ ਜੀਐਸਟੀ ਹੈ ਇੱਕ ਕਾਨੂੰਨ ਬਣਨਾ, ਇੱਕ ਟੈਕਸ ਲੱਗਣਾ ਦੇਸ਼ ਨੂੰ ਬਹੁਤ ਫਾਇਦਾ ਹੋਏਗਾ। ਪਰ ਉਹ ਫਾਇਦਾ ਕੀ ਹੋਇਆ ਕਿ ਸਾਨੂੰ ਇਸ ਟਾਈਮ ਫਾਈਨਾਂਸ ਮਿਨਿਸਟਰ ਇਹ ਕਹਿ ਰਿਹਾ ਸਾਰੀਆਂ ਸਟੇਟਾਂ ਨੂੰ ਕਿ ਤੁਸੀਂ ਜੀਐਸਟੀ ਲਈ ਲੋਨ ਲੈ ਲਓ। ਸਾਡਾ ਕੋਈ ਹੱਕ ਨਹੀਂ ਦਿੱਤਾ। ਇਸ ਤਰ੍ਹਾਂ ਹੀ ਇਹ ਜਿਹੜਾ ਬਿੱਲ ਹੈ ਇਸ ਟਾਈਮ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਹੈ, ਇਹ ਜਿਹੜੀ ਰਾਤੋਂ ਰਾਤ ਬਦਲੇ ਹੈ, ਇਹ ਕਿਸਾਨ ਐਜੀਟੇਸ਼ਨ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਦੇ ਵਿੱਚ ਬਦਲੇ। ਇਹ ਮੋਦੀ ਸਾਹਿਬ ਦੀ ਉਸ ਪਾਲਿਸੀ ਤੇ ਚੱਲਣ ਜਾ ਰਹੇ ਕਿ ਕੇਂਦਰ ਸਰਕਾਰ 70,000 ਕਰੋੜ ਰੁਪਈਆ ਨਾ ਖਰਚੇ, ਪੰਜਾਬ ਤੇ ਬੋਝ ਪਵੇ। ਪੰਜਾਏ ਇਹ ਰਾਜਨੀਤਿਕ ਲੜਾਈ ਲੜ ਰਹੇ। ਇਹਨਾਂ ਨੂੰ ਪੰਜਾਬ ਦੇ ਕਿਸਾਨ ਬਹੁਤ ਚੰਗੇ ਤਰੀਕੇ ਨਾਲ ਸਮਝ ਰਹੇ। ਆਖਰ ਦੇ ਵਿੱਚ ਇਹ ਕਹਿਣਾ ਕਿ ਪੰਜਾਬ ਦੇ ਜਿਹੜਾ ਕਿਸਾਨ ਹੈ ਹੁਣ ਅਨਪੜ੍ਹ ਕਿਸਾਨ ਨਹੀਂ ਰਿਹਾ, ਜਿਹੜਾ ਆਮ ਆਦਮੀ ਦੀਆਂ ਚਾਲਾਂ ਨੂੰ ਸਮਝ ਗਿਆ, ਕੇਜਰੀਵਾਲ ਜੀ ਦੀ ਚੁੱਪ ਨੂੰ ਸਮਝ ਗਿਆ, ਦਿੱਲੀ ਦਰਬਾਰ ਦੀ ਚੁੱਪ ਨੂੰ ਸਮਝ ਗਿਆ। ਇਹ ਘੇਰ ਲੈਣ ਜਾ ਕੇ ਦਿੱਲੀ, ਸਾਰੀ ਦਿੱਲੀ 'ਚ 70 ਦੇ ਵਿੱਚੋਂ ਇਹਨਾਂ ਦੇ 65 ਐਮਐਲਏ 68 ਐਮਐਲਏ ਆ, ਘੇਰਨ ਦਿੱਲੀ ਨੂੰ ਜਾ ਕੇ। ਮੋਦੀ ਸਾਹਿਬ ਦੇ ਵਿਰੁੱਧ ਕੇਜਰੀਵਾਲ ਇੱਕ ਸ਼ਬਦ ਨਹੀਂ ਬੋਲ ਰਹੇ ਕਿਉਂਕਿ ਬੀ ਟੀਮ ਦੇ ਤੌਰ ਤੇ ਕੰਮ ਕਰਕੇ ਪੰਜਾਬ ਦੇ ਕਿਸਾਨਾਂ ਦੀ ਐਜੀਟੇਸ਼ਨ ਨੂੰ ਇੱਕ ਦੂਜਾ ਰੂਪ ਦੇਣਾ ਚਾਹੁੰਦੇ। ਜੋ ਇਹ ਨਹੀਂ ਹੋਏਗਾ, ਕਾਂਗਰਸ ਪਾਰਟੀ ਪੰਜਾਬ ਦੇ ਕਿਸਾਨਾਂ ਦੇ ਹਿੱਤ ਵਿੱਚ ਹੋਰ ਵੀ ਜਿੱਥੇ ਕਾਨੂੰਨ ਲੈਣੇ ਪੈਣ ਲਿਆ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ ਤੁਸੀਂ ਸਟੂਡੀਓ 'ਚ ਆਏ। ਬਲਵਿੰਦਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਪੱਖ ਰੱਖਿਆ। ਤੇ ਦੋਸਤੋ ਇਸ ਦੇ ਨਾਲ ਹੀ ਜਿਹੜਾ ਹੈ ਇਹ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਿਆ? ਤੁਹਾਡੇ ਕਮੈਂਟਸ ਦੀ, ਤੁਹਾਡੀ ਫੀਡਬੈਕ ਦੀ ਸਾਨੂੰ ਜਿਹੜੀ ਹੈ ਉਹ ਉਡੀਕ ਰਹੇਗੀ। ਤੇ ਅਗਲੀ ਵਿਚਾਰ ਚਰਚਾ ਲੈ ਕੇ ਜਿਹੜਾ ਅਸੀਂ ਫਿਰ ਕਿਸੇ ਨਾ ਕਿਸੇ ਮੁੱਦੇ ਤੇ ਕਿਹਨਾਂ ਨਵੇਂ ਮਹਿਮਾਨਾਂ ਨਾਲ ਜਿਹੜਾ ਹੈ ਤੁਹਾਡੇ ਰੂਬਰੂ ਹੋਵਾਂਗੇ। ਧੰਨਵਾਦ।